घर बैठ के साडियां वीडियोज़ द्वारा तुसी पंजाबी सभ्याचार नाल पंजाबी व्याकरण नाल जुड़े रहो ਅਤੇ ਜਿਹੜੀਆਂ ਤੁਹਾਨੂੰ ਭਵਿੱਖ ਦੇ ਵਿੱਚ ਆ ਰਹੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਤੁਸੀਂ ਸਮਾਧਾਨ ਕਰ ਸਕੋ। ਮੈਂ ਇਸ ਲੈਕਚਰ ਦੇ ਵਿੱਚ ਤੁਹਾਡੇ ਨਾਲ +2 ਸ਼੍ਰੇਣੀ ਦੀ ਲਾਜ਼ਮੀ ਪੰਜਾਬੀ ਦੇ ਪੂਰੀ ਬੁੱਕ ਬਾਰੇ, ਜਿਸ ਦੇ ਵਿੱਚ ਸਮੁੱਚਾ ਸਾਡਾ ਸੱਭਿਆਚਾਰ ਹੈ, ਪੰਜਾਬੀ ਸੱਭਿਆਚਾਰ ਹੈ, ਉਸ ਬਾਰੇ ਗੱਲ ਕੀਤੀ ਗਈ ਹੈ। ਵੱਖਰੇ ਵੱਖਰੇ ਪਾਠਕ੍ਰਮ ਦੇ ਵਿੱਚ ਪਹਿਲੇ ਪਾਠ ਤੋਂ ਲੈ ਕੇ 8-9 ਜਿਹੜੇ ਪਾਠ ਨੇ ਵੱਖਰੇ ਵੱਖਰੇ ਜਿਹੜੇ ਵਿਸ਼ੇ ਲੈ ਕੇ ਉਸ ਨੇ ਜਿਹੜਾ ਪੰਜਾਬੀ ਕਲਚਰ ਦੇ ਨਾਲ ਜੋੜਨ ਦੀ ਗੱਲ ਕੀਤੀ ਹੈ। ਜਿਵੇਂ ਕਿ ਪੰਜਾਬੀ ਸੱਭਿਆਚਾਰ, ਰਸਮੋ ਰਿਵਾਜ, ਮੇਲੇ ਤੇ ਤਿਉਹਾਰ, ਲੋਕ ਕਿੱਤੇ, ਲੋਕ ਕਲਾਵਾਂ, ਲੋਕ ਗੀਤ, ਲੋਕ ਨਕਲਾਂ ਅਤੇ ਪੰਜਾਬੀ ਸੱਭਿਆਚਾਰ ਪਰਿਵਰਤਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਪੰਜਾਬੀ ਹੈ ਇਹ ਸਮੇਂ ਦੇ ਸੰਦਰਭ 'ਚ ਰੱਖ ਕੇ ਇਹਦੇ ਅੰਦਰ ਕਿਸ ਪ੍ਰਕਾਰ ਚੇਂਜ ਆ ਰਹੀ ਹੈ। ਇਹ ਚੇਂਜ ਆਉਣ ਦਾ ਮੇਨ ਕਾਰਨ ਕੀ ਹੈ ਕਿ ਜਿਹੜਾ ਇੱਥੋਂ ਦਾ ਪੰਜਾਬੀ ਹੈ ਉਹ ਕਿਵੇਂ ਬਦਲ ਗਿਆ ਹੈ। ਹੁਣ ਮੈਂ ਜੇ ਗੱਲ ਕਰਾਂ ਪੰਜਾਬੀ ਸੱਭਿਆਚਾਰ ਦੀ, ਪੰਜਾਬੀ ਸੱਭਿਆਚਾਰ ਵਾਸਤਵ ਰੂਪ ਦੇ ਵਿੱਚ 2 ਸ਼ਬਦਾਂ ਦਾ ਸੁਮੇਲ ਹੈ, ਇੱਕ ਪੰਜਾਬੀ, ਦੂਜਾ ਸੱਭਿਆਚਾਰ। ਜਦੋਂ ਅਸੀਂ ਪੰਜਾਬੀ ਦੀ ਗੱਲ ਕਰਾਂਗੇ ਤਾਂ ਪੰਜਾਬੀ ਮੁੱਖ ਰੂਪ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਹੈ, ਕਿਉਂਕਿ ਇੱਥੋਂ ਦੀ ਜਿਹੜੀ ਸਾਡੀ ਮੁੱਖ ਬੋਲੀ, ਜਿਹਨੂੰ ਅਸੀਂ ਭਾਸ਼ਾ ਕਹਿੰਦੇ ਹਾਂ, ਉਹ ਪੰਜਾਬੀ ਹੈ। ਭਾਵ ਪੰਜਾਬ ਵਿੱਚ ਬੋਲੀ ਜਾਣ ਵਾਲੀ ਬੋਲੀ ਪੰਜਾਬੀ। ਉਹ ਵਿਅਕਤੀ ਜਿਹੜਾ ਪੰਜਾਬ ਦੀ ਧਰਤੀ 'ਤੇ ਰਹਿੰਦਾ ਹੈ ਔਰ ਪੰਜਾਬੀ ਨੂੰ ਬੋਲਦਾ ਹੈ, ਉਹਨੂੰ ਅਸੀਂ ਪੰਜਾਬੀ ਭਾਸ਼ਾ ਦੇ ਅੰਦਰ ਜਾਂ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਰੱਖ ਲੈਂਦੇ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਪੰਜਾਬ ਦਾ 85%, ਜਿਹਨੂੰ ਕਿ ਅਸੀਂ 85% ਕਿੱਤਾ ਜਿਹੜਾ ਸਾਡਾ ਉਹ ਖੇਤੀ ਨਾਲ ਸੰਬੰਧਿਤ ਹੈ। ਖੇਤੀ ਨਾਲ ਸੰਬੰਧਿਤ ਹੋਣ ਕਾਰਨ ਇੱਥੋਂ ਦਾ ਖਾਣ ਪੀਣ, ਇੱਥੋਂ ਦੀ ਬੋਲੀ, ਇੱਥੋਂ ਦਾ ਪਰਿਵਰਤਨ, ਇੱਥੋਂ ਦਾ ਭਾਸ਼ਾ, ਇੱਥੋਂ ਦਾ ਸਾਰਾ ਸਿਸਟਮ ਹੈ ਉਹ ਖੇਤੀ ਦਾ ਆਧਾਰਿਤ ਹੈ। ਜਿਸ ਪ੍ਰਕਾਰ ਜਿਹੜਾ ਕਿਸਾਨ ਹੈ, 2 ਤਰ੍ਹਾਂ ਦੀਆਂ ਫਸਲਾਂ ਸਾਡੀਆਂ, ਇੱਕ ਹਾੜੀ ਦੀ ਫਸਲ ਕੱਟ ਕੇ ਸੌਣੀ ਦੀ ਫਸਲ ਨੂੰ ਬੀਜਣਾ ਅਤੇ ਸੌਣੀ ਦੀ ਫਸਲ ਕੱਟ ਕੇ ਹਾੜੀ ਦੀ ਫਸਲ ਨੂੰ ਬੀਜਣਾ। ਇਹ ਮੁੱਖ ਰੂਪ ਦੇ ਵਿੱਚ ਇੱਥੋਂ ਦਾ ਜਿਹੜਾ ਕਿਸਾਨ ਹੈ ਉਹਦੇ ਪੱਲੇ ਹੈ। ਹੁਣ ਜੇ ਪੰਜਾਬ ਦੀ ਗੱਲ ਕਰਾਂ, ਪੰਜਾਬ ਵਾਸਤਵ ਰੂਪ ਦੇ ਵਿੱਚ 2 ਸ਼ਬਦਾਂ ਦਾ ਸੁਮੇਲ ਹੈ, 5 ਜਮਾ ਆਬ। 5 ਮੀਨਸ ਦਰਿਆ, 5 ਮੀਨਸ 5 ਅਤੇ ਆਬ ਮੀਨਸ ਦਰਿਆ, 5 ਦਰਿਆਵਾਂ ਦੀ ਧਰਤੀ। ਇੱਕ ਉਹ ਸਮਾਂ ਹੁੰਦਾ ਸੀ ਕਿ ਜਦੋਂ ਪੰਜਾਬ ਦੀ ਧਰਤੀ ਦੇ 7 ਦਰਿਆ ਵਹਿੰਦੇ ਹੁੰਦੇ ਸਨ, ਜਿਹਨੂੰ ਸਤਲੁਜ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੀ। ਹੌਲੀ ਹੌਲੀ ਇਹ ਘਟ ਕੇ 5 ਜਮਾ ਆਬ ਪੰਜਾਬ ਬਣ ਗਿਆ, 5 ਦਰਿਆਵਾਂ ਦੇ ਵਿਚਾਰਲੀ ਧਰਤੀ। ਜੇ ਭੂਗੋਲਿਕ ਖਿੱਤੇ ਤੋਂ ਗੱਲ ਕਰੀਏ ਤਾਂ ਇਸ ਸਮੇਂ ਸਾਡੇ ਪੰਜਾਬ ਦੇ ਵਿੱਚ 2.5 ਦਰਿਆ ਵਹਿੰਦੇ ਨੇ। 2.5 ਦਰਿਆ ਸਾਡੇ ਜਿਹੜੇ ਨੇ ਉਹ ਲਹਿੰਦੇ ਪੰਜਾਬ ਜਿਵੇਂ ਕਿ ਪਾਕਿਸਤਾਨ ਵਿੱਚ ਚਲੇ ਗਏ ਨੇ। ਸਤਲੁਜ ਪੂਰਾ, ਬਿਆਸ ਪੂਰਾ ਅਤੇ ਚਨਾਬ ਜਿਹੜਾ ਹੈਗਾ, ਇਹਨਾਂ ਵਿੱਚ ਮੁੱਖ ਰੱਖਦੇ ਦਰਿਆ ਨੇ ਜਿਹੜੇ ਸਾਡੇ ਪੰਜਾਬ ਦੀ ਧਰਤੀ ਦੇ ਨਾਲ ਸੰਬੰਧਿਤ ਨੇ। ਹੁਣ ਜਦੋਂ ਮੈਂ ਗੱਲ ਕਰਦਾ ਸਮੁੱਚੇ ਸੱਭਿਆਚਾਰ ਦੀ ਗੱਲ ਕਰਨੀ ਹੈ, ਅਸੀਂ ਉਹ ਗੱਲ ਕਰਨੀ ਹੈ ਕਿ ਜਿਹੜੇ 5 ਦਰਿਆਵਾਂ ਦੇ ਧਰਤੀ ਦੇ ਵਿਚਕਾਰ ਜਿਹੜੀ ਇੱਥੋਂ ਦੀ ਧਰਤੀ, ਇੱਥੇ ਦੇ ਰਹਿ ਰਹੇ ਯੋਧੇ, ਉਹਨਾਂ ਦੀ ਗੱਲ ਕਰਨੀ ਹੈ। ਇੱਥੋਂ ਦੇ ਕਿਸਾਨੀ ਜੀਵਨ ਦੀ ਗੱਲ ਕਰਨੀ ਹੈ ਕਿ ਕਿਸ ਪ੍ਰਕਾਰ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਬਣਦਾ ਹੈ। ਹੁਣ ਜੇ ਮੈਂ ਸੱਭਿਆਚਾਰ ਦੀ ਡੈਫੀਨੇਸ਼ਨ ਦੀ ਗੱਲ ਕਰਾਂ ਤਾਂ ਸੱਭਿਆਚਾਰ ਨੂੰ ਅਸੀਂ ਤੋੜ ਲਈਏ ਤਾਂ ਸੱਸਾ, ਪੱਬਾ, ਆੜਾ, ਚੱਚਾ ਤੇ ਰਾਰਾ, ਇਹ ਮੈਂ ਇਕੱਲੇ ਵਰਨ ਲਿੱਤੇ ਨੇ ਜਿੱਥੋਂ ਸਮੁੱਚਾ ਸੱਭਿਆਚਾਰ ਬਣਦਾ ਹੈ। ਸੱਸਾ ਵੀ ਸਮਾਜ, ਅਸੀਂ ਇੱਕ ਸਮਾਜਿਕ ਪ੍ਰਾਣੀ ਹਾਂ। ਜਿਹੜਾ ਸਮਾਜ ਹੈ ਸਾਡਾ ਉਹ ਘਰ ਤੋਂ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਘਰ ਦੇ ਅੰਦਰਲੇ ਰਿਸ਼ਤੇਦਾਰ, ਮੰਮੀ ਪਾਪਾ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵੀ ਬਾਪੂ ਕਹਿ ਦਿੰਦੇ ਹਾਂ, ਪਰ ਸਮੇਂ ਦੇ ਸੰਦਰਭ ਦੇ ਵਿੱਚ ਰੱਖੀਏ ਪਰਿਵਰਤਨ ਹੋ ਰਿਹਾ ਹੈ। ਹੁਣ ਮੰਮੀ ਦੀ ਥਾਂ 'ਤੇ ਮੋਮ ਬਣ ਗਈ ਹੈ
ਅਤੇ ਬਾਪੂ ਦੀ ਥਾਂ ਤੇ ਡੈਡ ਬਣ ਗਏ। ਉਸ ਤੋਂ ਬਾਅਦ ਪਰਿਵਾਰਿਕ ਰਿਲੇਸ਼ਨ ਹੋ ਗਏ, ਮੰਮੀ ਪਾਪਾ ਭੈਣ ਭਰਾ ਦਾਦਾ, ਜਿਹਨੂੰ ਵੱਡੇ ਪਾਪਾ ਵੀ ਕਿਹਾ ਜਾਂਦਾ, ਦਾਦਾ ਦਾਦੀ, ਇੱਕ ਪਰਿਵਾਰਿਕ ਹੈ। ਉਹਦੇ ਅੰਦਰ ਫਿਰ ਅਗਲੇ ਰਿਲੇਸ਼ਨ ਆ ਜਾਂਦੇ ਨੇ ਚਾਚਾ ਚਾਚੀ, ਤਾਇਆ ਤਾਈ, ਭੂਆ। ਇਹ ਸਾਰਾ ਜਿਹੜਾ ਸਮੁੱਚਾ ਹੈ, ਇਹਨੂੰ ਜੇ ਅਸੀਂ ਸਮਾਜ ਦੀ ਗੱਲ ਕਰਦੇ ਹਾਂ, ਸਮਾਜ ਦੀ ਪਹਿਲੀ ਕੜੀ ਦੇ ਅੰਦਰ ਘਰ ਦਾ ਪਰਿਵਾਰਿਕ ਢਾਂਚਾ ਆਉਂਦਾ ਹੈ। ਘਰ ਦੇ ਪਰਿਵਾਰਿਕ ਢਾਂਚੇ ਤੋਂ ਬਾਅਦ ਫਿਰ ਬਣਦਾ ਹੈ ਗਲੀ ਮੁਹੱਲਾ, ਜਿੱਥੇ ਅਸੀਂ ਰਹਿੰਦੇ ਹਾਂ ਉਹਦਾ ਆਲਾ ਦੁਆਲਾ, ਆਲੇ ਦੁਆਲੇ ਨੂੰ ਜੋੜ ਕੇ ਇੱਕ ਗਲੀ ਮੁਹੱਲਾ ਬਣਦਾ ਹੈ, ਜਿਸ ਨੂੰ ਅਸੀਂ ਸਮਾਜ ਦੇ ਅੰਦਰ ਰੱਖਦੇ, ਸੁਸਾਇਟੀ ਦੇ ਅੰਦਰ ਰੱਖਦੇ ਹਾਂ। ਕਿਹਾ ਜਾਂਦਾ ਹੈ ਖਾਓ ਮਨ ਭਾਉਂਦਾ ਤੇ ਪਹਿਲੋਂ ਜੱਗ ਭਾਉਂਦਾ। ਭਾਵ ਕਿਸੇ ਨੇ ਤੁਹਾਨੂੰ ਇਹ ਨਹੀਂ ਦੇਖਿਆ ਕਿ ਤੁਸੀਂ ਘਰ ਦੇ ਅੰਦਰ ਕੀ ਖਾ ਰਹੇ ਹੋ, ਕੀ ਪੀ ਰਹੇ ਹੋ, ਪਰ ਜੋ ਤੁਸੀਂ ਸਮਾਜ ਦੇ ਅੰਦਰ ਵਿਚਰਦੇ ਹੋ ਤਾਂ ਤੁਹਾਡਾ ਜਿਹੜਾ ਹੈਗਾ ਪਹਿਨਿਆ ਹੋਇਆ ਉਹ ਦੇਖਿਆ ਜਾਂਦਾ ਹੈ। ਕਿ ਤਾਂ ਹੀ ਗੱਲ ਕਹੀ ਗਈ ਹੈ ਕਹਾਵਤ ਕਿ ਖਾਓ ਪੀਓ, ਖਾਣਾ ਚਾਹੀਦਾ ਪੀਣਾ ਚਾਹੀਦਾ, ਪਰ ਸਾਨੂੰ ਰਹਿਣਾ ਸਮਾਜ ਦੀ ਤਰ੍ਹਾਂ ਰਹਿਣਾ ਚਾਹੀਦਾ। ਫਿਰ ਗਲੀ ਮੁਹੱਲਾ ਬਣ ਗਿਆ, ਗਲੀ ਮੁਹੱਲੇ ਤੋਂ ਇਕੱਠਾ ਇੱਕ ਵਾਰਡ ਬਣ ਗਿਆ, ਵਾਰਡਾਂ ਨੂੰ ਇਕੱਠਾ ਕਰਕੇ ਇੱਕ ਸ਼ਹਿਰ ਬਣ ਗਿਆ, ਜਾਂ ਕਸਬੇ 'ਚ ਪਿੰਡ ਕਹਿੰਦੀਆਂ ਗਲੀਆਂ ਬਣ ਕੇ ਪਿੰਡ ਬਣ ਗਏ। ਇਹ ਸਾਰਾ ਕੁਝ ਇਕੱਠਾ ਹੋ ਕੇ ਸਾਡਾ ਇੱਕ ਪ੍ਰਾਂਤ, ਜਿਹਨੂੰ ਇੱਕ ਰਾਜ ਕਹਿੰਦੇ ਹਾਂ, ਰਾਜ ਬਣ ਜਾਂਦਾ ਹੈ, ਅਤੇ ਰਾਜਾਂ ਨੂੰ ਇਕੱਠਾ ਹੋ ਕੇ ਇੱਕ ਸਾਡਾ ਜਿਹੜਾ ਹੈਗਾ ਦੇਸ਼ ਬਣਦਾ ਹੈ। ਇਹ ਸਾਡਾ ਸਮਾਜ ਆ ਜਾਂਦਾ ਹੈ। ਹੁਣ ਸਮਾਜ ਦੇ ਅੰਦਰ ਰਹਿੰਦਾ ਭਾਈਚਾਰਾ। ਭਾਈਚਾਰੇ ਦੀ ਮੈਂ ਹੁਣੇ ਗੱਲ ਕੀਤੀ। ਸਮਾਜ ਦੇ ਅੰਦਰ ਭਾਈਚਾਰੇ ਤੁਹਾਡੇ ਆਪਣੇ ਰਿਸ਼ਤੇਦਾਰ, ਰਿਸ਼ਤੇ ਨਾਤੇ, ਡੈਡੀ ਦੇ ਰਿਸ਼ਤੇਦਾਰ, ਜਿਹਨੂੰ ਪਾਪਾ ਕਹਿੰਦੇ ਆ, ਬਾਪੂ ਦੇ ਰਿਸ਼ਤੇਦਾਰ, ਦੂਜੇ ਪਾਸੇ ਮੰਮੀ ਦੇ ਰਿਸ਼ਤੇਦਾਰ। ਬਾਪੂ ਦੇ ਰਿਸ਼ਤੇਦਾਰ ਨੂੰ ਦਾਦਕਾ ਮੇਲ ਕਿਹਾ ਜਾਂਦਾ ਹੈ, ਅਤੇ ਮੰਮੀ ਦੇ ਰਿਸ਼ਤੇਦਾਰਾਂ ਨੂੰ ਨਾਨਕਾ ਮੇਲ ਕਿਹਾ ਜਾਂਦਾ ਹੈ। ਦੋ ਤਰ੍ਹਾਂ ਦੇ ਰਿਸ਼ਤੇਦਾਰੀਆਂ ਬਣਦੀਆਂ ਨੇ ਸਾਡੀਆਂ ਭਾਈਚਾਰੇ ਦੇ ਅੰਦਰ, ਦਾਦਕਾ ਅਤੇ ਨਾਨਕਾ। ਉਹਦੇ ਵਿੱਚ ਵੀ ਸਾਡਾ ਆ ਜਾਂਦਾ ਹੈ ਕਿ ਪਾਪਾ ਦੇ ਭਰਾ ਤਾਏ ਚਾਚੇ, ਮੰਮੀ ਦੇ ਭਰਾ ਮਾਮੇ, ਪਾਪਾ ਦੀਆਂ ਭੈਣਾਂ ਭੂਆ ਅਤੇ ਮੰਮੀ ਦੀਆਂ ਭੈਣਾਂ ਮਾਸੀਆਂ, ਪਾਪਾ ਦੇ ਮਾਤਾ ਪਿਤਾ ਦਾਦਾ ਦਾਦੀ ਅਤੇ ਮੰਮੀ ਦੇ ਮਾਤਾ ਪਿਤਾ ਨਾਨਾ ਨਾਨੀ। ਇਹ ਸਾਡਾ ਸਾਰਾ ਭਾਈਚਾਰਾ ਬਣਦਾ ਹੈ। ਇਹ ਸਾਰਾ ਜਦੋਂ ਇਕੱਠਾ ਹੁੰਦਾ ਹੈਗਾ, ਇਹਦੀ ਝਲਕ ਆਮ ਤੌਰ 'ਤੇ ਸਾਨੂੰ ਕਿਸੇ ਵਿਆਹ ਸ਼ਾਦੀ ਦੇ ਮੌਕੇ ਵੇਖਣ ਨੂੰ ਮਿਲਦੀ ਹੈ। ਸਪੈਸ਼ਲ ਉਚੇਚੇ ਤੌਰ 'ਤੇ ਜਦੋਂ ਕੋਈ ਵਿਆਹ ਹੁੰਦਾ ਹੈ ਤਾਂ ਨਾਨਕਾ ਮੇਲ ਇਕੱਠਾ ਹੋ ਕੇ ਆਉਂਦਾ ਹੈ। ਉਸ ਤੋਂ ਬਾਅਦ ਆਉਂਦਾ ਆਚਰਣ ਅਤੇ ਚਰਿੱਤਰ। ਇੱਕ ਬੰਦੇ ਦਾ ਆਚਰਣ ਕੀ ਹੈ, ਉਹਦਾ ਚਰਿੱਤਰ ਕੀ ਹੈ, ਉਹ ਕਿਹੋ ਜਿਹੇ ਚਰਿੱਤਰ ਦਾ ਧਾਰਨੀ ਹੈ। ਜਦੋਂ ਅਸੀਂ ਆਚਰਣ ਚਰਿੱਤਰ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸੱਭਿਆਚਾਰ ਦਾ ਜਿਹੜਾ ਵਿਸ਼ਾ ਹੈ, ਪੰਜਾਬ ਦੇ ਮੇਲੇ ਤੇ ਤਿਉਹਾਰ, ਜਿਹਦੇ ਵਿੱਚ ਇੱਕ ਲਾੜਾ ਆਪਣੇ ਆਪ, ਜਿਵੇਂ ਵਿਆਹ ਦੇ ਅੰਦਰ ਲਾੜੇ ਦੀ ਇੰਪੋਰਟੈਂਸ ਹੁੰਦੀ ਹੈ, ਮੇਲੇ ਦੇ ਅੰਦਰ ਸਾਰੇ ਲਾੜੇ ਬਣੇ ਹੁੰਦੇ ਨੇ, ਬਰਾਤੀ ਕੋਈ ਨਹੀਂ ਹੁੰਦਾ। ਸਾਨੂੰ ਉਸ ਬੰਦੇ ਦਾ ਚਰਿੱਤਰ ਜਿੰਨਾ ਵਧੀਆ ਹੋਵੇ, ਸਾਨੂੰ ਉਸ ਮੇਲੇ ਦੇ ਅੰਦਰ ਜਾ ਕੇ ਉਹਦਾ ਕਰੈਕਟਰ ਪਤਾ ਲੱਗਦਾ ਹੈ, ਆਚਰਣ ਪਤਾ ਲੱਗਦਾ ਹੈ ਕਿ ਉਹ ਬੰਦਾ ਜਿਹੜਾ ਹੈਗਾ ਕਿਸ ਆਚਰਣ ਦਾ ਧਾਰਨੀ ਹੈ, ਕਿਸ ਚਰਿੱਤਰ ਦਾ ਧਾਰਨੀ ਹੈ, ਉਹ ਕਰੈਕਟਰ ਪੱਖੋਂ ਕਿੱਦਾਂ ਦਾ ਹੈਗਾ ਸਾਨੂੰ। ਕਿਉਂਕਿ ਅਸੀਂ ਆਹ ਦੋ ਚੀਜ਼ਾਂ ਲੁਕੋ ਜਾਂਦੇ ਹਾਂ। ਅਸੀਂ ਜਦੋਂ ਕਿਸੇ ਸਾਹਮਣੇ ਪੇਸ਼ ਹੁੰਦੇ ਹਾਂ ਤਾਂ ਅਸੀਂ ਆਪਣਾ ਸੁਭਾਅ ਬਦਲ ਲੈਂਦੇ ਹਾਂ, ਅਸੀਂ ਆਪਣੇ ਆਪ ਨੂੰ ਬਹੁਤ ਵਧੀਆ ਪੇਸ਼ਕਾਰੀ ਕਰਦੇ ਹਾਂ, ਪਰ ਉਹਦੇ ਚਰਿੱਤਰ ਬਾਰੇ ਸਹੀ ਰੂਪ ਦੇ ਵਿੱਚ ਉਹਨੂੰ ਦੇਖਿਆ ਜਾਂਦਾ ਹੈ ਮੇਲੇ ਦੇ ਤਿਉਹਾਰਾਂ ਦੇ ਮੌਕੇ 'ਤੇ, ਜਦੋਂ ਉਹ ਬਣ ਠਣ ਕੇ ਬਾਹਰ ਨਿਕਲਦਾ ਅਤੇ ਉੱਥੇ ਜੋ ਜਾ ਕੇ ਮੇਲੇ ਦੇ ਅੰਦਰ ਕਾਰਗੁਜ਼ਾਰੀਆਂ ਕਰਦਾ ਹੈ, ਉਹ ਕਾਰਗੁਜ਼ਾਰੀਆਂ ਨੂੰ ਦੇਖ ਕੇ ਅਸੀਂ ਪਤਾ ਕਰ ਲੈਂਦੇ ਹਾਂ ਕਿ ਇਹ ਜਿਹੜਾ ਵਿਅਕਤੀ ਹੈ ਕਿਸ ਚਰਿੱਤਰ ਦਾ ਧਾਰਨੀ ਹੈ। ਉਸ ਤੋਂ ਬਾਅਦ ਆ ਕੇ ਸਾਡੇ ਰਸਮੋ ਰਿਵਾਜ ਦੀ ਗੱਲ ਕਰਾਂ, ਅਸੀਂ ਸਮਾਜਿਕ ਜੀਵ ਹਾਂ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜਾ, ਕੌਣੇ ਭਲੇ ਕੋ ਮੰਦੇ। ਗੁਰੂ ਨਾਨਕ ਦੀ ਬਾਣੀ ਹੈ। ਬਾਣੀ ਦੇ ਅੰਦਰ ਸਪਸ਼ਟ ਰੂਪ 'ਚ ਲਿਖਿਆ ਹੈ ਕਿ ਇਨਸਾਨ ਇੱਕ ਹੈ, ਪਰ ਜਦੋਂ ਉਹ ਇਸ ਧਰਤੀ 'ਤੇ ਜਨਮ ਲੈਂਦਾ ਹੈ, ਉਹ ਕਿਸ ਥਾਂ 'ਤੇ ਜਨਮ ਲੈਂਦਾ ਹੈ, ਉਹ ਕਿਸ ਜਾਤ ਦੇ ਵਿੱਚ ਜਨਮ ਲੈਂਦਾ ਹੈ। ਉਹ ਸਿੱਖ ਫੈਮਿਲੀ ਨੂੰ 'ਚ ਜਨਮ ਲੈਂਦਾ ਹੈ, ਉਹ ਹਿੰਦੂ ਫੈਮਿਲੀ 'ਚ ਜਨਮ ਲੈਂਦਾ ਹੈ, ਉਹ ਮੁਸਲਿਮ ਫੈਮਿਲੀ 'ਚ ਜਨਮ ਲੈਂਦਾ ਹੈ, ਉਹ ਕ੍ਰਿਸਚਨ ਫੈਮਿਲੀ 'ਚ ਜਨਮ ਲੈਂਦਾ ਹੈ। ਹਰ ਥਾਂ ਦੇ ਉੱਤੇ ਹਰ ਇੱਕ ਬਰਾਦਰੀ ਦੇ ਆਪਣੇ ਹੀ ਰਸਮੋ ਰਿਵਾਜ ਨੇ। ਜਿਵੇਂ ਮੈਂ ਗੱਲ ਕਰਾਂ ਕਿ ਜੇਕਰ ਹਿੰਦੂ ਧਰਮ ਦੇ ਵਿੱਚ ਜਨਮ ਲੈਂਦਾ ਹੈ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਸਮੇਂ ਹਿੰਦੂ ਮਰਿਆਦਾ ਅਨੁਸਾਰ ਉਸਦੇ ਮਾਤਾ ਪਿਤਾ ਪਾਂਡੇ ਕੋਲ ਜਾਂਦੇ ਨੇ ਅਤੇ ਪਾਂਡੇ ਨੂੰ ਜਾ ਕੇ ਪੁੱਛਦੇ ਨੇ ਕਿ ਬੱਚਾ ਕਿਸ ਲਗਨ 'ਚ ਪੈਦਾ ਹੋਇਆ, ਉਹਦੇ ਨਕਸ਼ਤਰ ਕੀ ਨੇ। ਤਾਂ ਪਾਂਡਾ ਆਪਣਾ ਪੱਤਰਾ ਖੋਲ੍ਹਦਾ ਹੈ, ਪੱਤਰਾ ਖੋਲ੍ਹ ਕੇ ਦੱਸਦਾ ਹੈ ਕਿ ਬੱਚਾ ਇਸ ਨਕਸ਼ਤਰ 'ਚ ਪੈਦਾ ਹੋਇਆ ਅਤੇ ਇਹਦੇ ਤੇ ਆਹ ਗ੍ਰਹਿ ਨੇ, ਇਹਨੇ ਪਾਪਾ ਨੂੰ ਦੂਰ ਰੱਖਿਓ ਕਿ ਗੰਡਮੁੱਲਾ 'ਚ ਪੈਦਾ ਹੋਇਆ, ਇਹਦੇ ਥਾਣੇ ਇਹ ਤੁਹਾਨੂੰ ਵਿਧੀ ਵਿਧਾਨ ਕਰਾਉਣਾ ਪਏਗਾ। ਇਹ ਹਿੰਦੂ ਧਰਮ ਦੀ ਮਰਿਆਦਾ, ਉਹਦੇ ਰਸਮੋ ਰਿਵਾਜ ਆਪਣੇ ਨੇ।
ਜਦੋਂ ਵਿਆਹ ਹੁੰਦਾ ਹੈ, ਵਿਆਹ ਸਮੇਂ ਦੇ ਰਸਮ ਰਿਵਾਜਾਂ ਵਿੱਚ ਹਿੰਦੂ ਧਰਮ ਦੇ ਵਿੱਚ ਫੇਰਿਆਂ ਦੀ ਰਸਮ ਹੈ। ਅਤੇ ਜਦੋਂ ਮੌਤ ਹੁੰਦੀ ਹੈ, ਮੌਤ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਸੰਸਕਾਰ ਦੀ ਰਸਮ ਹੈ। ਇਸੇ ਪ੍ਰਕਾਰ ਸਿੱਖ ਧਰਮ ਦੇ ਵਿੱਚ ਗੱਲ ਕਰੀਏ, ਜਦੋਂ ਸਿੱਖ ਧਰਮ 'ਚ ਕੋਈ ਬੱਚਾ ਪੈਦਾ ਹੁੰਦਾ ਤਾਂ ਬੱਚੇ ਦੇ ਜਨਮ ਸਮੇਂ ਗੁਰੂ ਘਰ ਦੇ ਵਿੱਚ ਜਾ ਕੇ ਜਿਹੜੇ ਭਾਈ ਜੀ ਨੇ ਉਹਨੂੰ ਪੁੱਛਿਆ ਜਾਂਦਾ ਹੈ, ਤਾਂ ਭਾਈ ਜੀ ਜਿਹੜਾ ਉਸਦਾ ਨਾਮ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੁੱਖ ਪਾਠ ਲੈ ਕੇ ਉਹਨਾਂ ਨੂੰ ਇੱਕ ਅੱਖਰ ਦਾ ਨਾਮ ਦੱਸ ਦਿੰਦਾ ਹੈ ਕਿ ਆਹ ਅੱਖਰ ਗੁਰੂ ਸਾਹਿਬ ਵੱਲੋਂ ਆਇਆ, ਤੁਸੀਂ ਇਸ ਅੱਖਰ ਨੂੰ ਲੈ ਜਾਓ, ਇਸ ਅੱਖਰ 'ਤੇ ਤੁਸੀਂ ਕੋਈ ਵੀ ਨਾਂ ਰੱਖ ਲਓ। ਇਸੇ ਪ੍ਰਕਾਰ ਵਿਆਹ ਦੇ ਵੇਲੇ ਆਨੰਦ ਕਾਰਜ ਦੀ ਰਸਮ ਹੁੰਦੀ ਹੈ ਅਤੇ ਮੌਤ ਹਿੰਦੂ ਧਰਮ ਅਨੁਸਾਰ ਹੀ ਹੈ ਜਿਹੜਾ ਹੈਗਾ ਉਹਦਾ ਸੰਸਕਾਰ ਜਿਹੜਾ ਹੈਗਾ ਕੀਤਾ ਜਾਂਦਾ ਹੈ, ਅਗਨੀ ਭੇਟਾ ਕੀਤਾ ਜਾਂਦਾ। ਹੁਣ ਅੱਗੇ ਸਾਡਾ ਤੀਜਾ, ਮੁਸਲਮਾਨ ਧਰਮ ਦੇ ਵਿੱਚ ਵੀ ਇੱਦਾਂ ਦੀ ਮਰਿਆਦਾ ਹੈ ਕਿ ਜਿਸ ਸਮੇਂ ਬੱਚੇ ਦਾ ਜਨਮ ਹੁੰਦਾ ਹੈ, ਬੱਚੇ ਦੇ ਜਨਮ ਸਮੇਂ ਮੌਲਵੀ ਕੋਲ ਪਹੁੰਚਾਇਆ ਜਾਂਦਾ ਹੈ। ਅਤੇ ਮੁਸਲਮਾਨ ਧਰਮ ਦੇ ਵਿੱਚ ਸਭ ਤੋਂ ਵੱਡੀ ਕਿ ਬੱਚੇ ਦੇ ਜਨਮ ਨਾਲ ਸੰਬੰਧਿਤ ਬਹੁਤ ਵੱਡੀ ਰਸਮ ਹੈ। ਜਦੋਂ ਬੱਚੇ ਦਾ ਜਨਮ ਹੋਣ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਸੁੰਨਤ ਕਰਨ ਦੀ ਰਸਮ ਹੈ, ਜਿਹਦੇ ਵਿੱਚ ਪੂਰੀ ਬਰਾਦਰੀ ਇਕੱਠੀ ਹੁੰਦੀ ਹੈ, ਵਿਆਹ ਵਰਗਾ ਮਾਹੌਲ ਹੁੰਦਾ ਹੈ ਅਤੇ ਉੱਥੇ ਬੱਚੇ ਨੂੰ ਸੁੰਨਤ ਕੀਤਾ ਜਾਂਦਾ ਹੈ। ਸੁੰਨਤ ਕਰਨ ਨਾਲ ਜਿਹੜਾ ਹੈਗਾ ਪੱਕਾ ਪਤਾ ਲੱਗ ਜਾਂਦਾ ਹੈ ਕਿ ਇਹ ਮੁਸਲਮਾਨ ਧਰਮ ਨੂੰ ਬਿਲੋਂਗ ਕਰਦਾ ਹੈ। ਵਿਆਹ ਵੇਲੇ ਜਿਹੜੇ ਨੇ ਕਾਜੀ ਹੈ ਜਿਹੜਾ ਉਹ ਵਿਆਹ ਕਰਾਉਂਦਾ ਹੈ ਅਤੇ ਸ਼ਰਫੀਆਂ ਵਗੈਰਾ ਜਿਹੜਾ ਕੋਈ ਹਿੰਦੂ ਮੁਸਲਮਾਨ ਧਰਮ ਦੇ ਵਿੱਚ ਹੈਗਾ ਉਹ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਮੌਤ ਦੇ ਸਮੇਂ ਇਹਨਾਂ ਨੂੰ ਦਫਨਾਇਆ ਜਾਂਦਾ ਹੈ। ਇਹੀ ਕੁਛ ਈਸਾਈ ਧਰਮ ਦੇ, ਕ੍ਰਿਸਚਨ ਧਰਮ ਦੇ ਵਿੱਚ ਹੈ ਕਿ ਜਿਹੜਾ ਹੈਗਾ ਜਨਮ ਸਮੇਂ ਕ੍ਰਿਸਚਨ ਦੇ ਪਾਦਰੀ ਕੋਲ ਜਾਇਆ ਜਾਂਦਾ ਹੈ। ਪਾਦਰੀ ਬਾਈਬਲ ਦੇ ਵਿੱਚੋਂ ਇੱਕ ਅੰਕ ਪੜ੍ਹਦਾ ਹੈ ਅਤੇ ਫਿਰ ਨਾਮਕਰਨ ਦੱਸਦਾ ਹੈ, ਨਾਮ ਉਸ ਸਥਾਨ 'ਤੇ ਰੱਖਿਆ ਜਾਂਦਾ ਹੈ। ਫਿਰ ਵਿਆਹ ਸਮੇਂ ਚਰਚ ਦੇ ਵਿੱਚ ਜਾ ਕੇ ਉਸ ਦੀ ਸ਼ਾਦੀ ਕੀਤੀ ਜਾਂਦੀ ਹੈ ਅਤੇ ਬਹੁਤ ਸਮੇਂ ਵੀ ਮੁਸਲਮਾਨਾਂ ਵਾਂਗੂ ਇੱਥੇ ਵੀ ਦਫਨਾਇਆ ਜਾਂਦਾ ਹੈ। ਇਹ ਜਿਹੜੇ ਸਾਡੇ ਸਾਰੇ ਰਸਮੋ ਰਿਵਾਜ ਨੇ ਇਹ ਵੱਖਰੇ ਵੱਖਰੇ ਧਰਮਾਂ ਨਾਲ ਸੰਬੰਧਿਤ ਨੇ। ਜਦੋਂ ਮੈਂ ਸਾਰਾ ਕੁਝ ਇਕੱਠਾ ਕਰ ਲੈਣਾ, ਸਮਾਜ ਹੈ, ਭਾਈਚਾਰਾ ਹੈ, ਆਚਰਨ ਹੈ, ਚਰਿੱਤਰ ਹੈ ਤੇ ਰਸਮ ਰਿਵਾਜ ਹੈ, ਜਦੋਂ ਇਹ ਸਾਰਾ ਕੁਝ ਇਕੱਠਾ ਹੋ ਜਾਂਦਾ ਹੈ ਤਾਂ ਉਹ ਸਾਰਾ ਕੁਝ ਇਕੱਠਾ ਹੋ ਕੇ ਇੱਕ ਸੱਭਿਆਚਾਰ ਬਣ ਜਾਂਦਾ ਹੈ। ਸੋ ਮੈਂ ਇੱਥੇ ਗੱਲ ਕਰ ਰਹੇ ਸੀ ਆਪਾਂ ਕਿਉਂਕਿ ਪੰਜਾਬ ਦੀ ਧਰਤੀ ਕਿ ਅਜਿਹੀ ਧਰਤੀ ਹੈ, ਇੱਥੇ ਹਰ ਇੱਕ ਬੰਦਾ ਜਿਹੜਾ ਹੈਗਾ ਹਰ ਇੱਕ ਤਰ੍ਹਾਂ ਦੇ ਮੇਲ ਦਾ ਬੰਦਾ ਇਸ ਧਰਤੀ 'ਤੇ ਰਹਿੰਦਾ ਹੈ। ਸੋ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੀ ਗੱਲ ਇਹੀ ਕੀਤੀ ਗਈ ਹੈ ਕਿ ਜਿਹੜਾ ਸਮਾਜ ਹੈ, ਭਾਈਚਾਰਾ ਹੈ, ਆਚਰਨ ਹੈ, ਚਰਿੱਤਰ ਤੇ ਰਸਮੋ ਰਿਵਾਜ ਨੇ, ਇਹ ਸਾਰਿਆਂ ਨੂੰ ਇਕੱਠਾ ਕਰਕੇ ਜਿਹੜਾ ਇੱਕ ਵਿਅਕਤੀ ਰੂਪ ਜਿਹੜਾ ਸਾਡੇ ਸਾਹਮਣੇ ਪੇਸ਼ ਹੁੰਦਾ ਹੈ ਉਹਨੂੰ ਸੱਭਿਆਚਾਰ ਕਹਿ ਦਿੰਦੇ ਨੇ। ਪਰ ਪੰਜਾਬ ਦੀ ਧਰਤੀ 'ਤੇ ਪੈਦਾ ਹੋਇਆ ਜਿਹੜਾ ਵਿਅਕਤੀ ਹੈ ਉਹ ਇੱਥੋਂ ਦੇ ਸੱਭਿਆਚਾਰ ਨੂੰ ਅਡੋਪਟ ਕਰਦਾ ਹੈ ਅਤੇ ਉਹ ਪੰਜਾਬੀ ਸੱਭਿਆਚਾਰ ਬਣ ਜਾਂਦਾ ਹੈ। ਹੁਣ ਗੱਲ ਅੱਗੇ ਆ ਜਾਂਦੀ ਹੈ ਕਿ ਸੱਭਿਆਚਾਰ ਦੇ ਵਿੱਚ ਦੇਖਿਆ ਗਿਆ ਪਿਛਲੀ 21ਵੀਂ ਸਦੀ ਤੋਂ ਸੱਭਿਆਚਾਰ ਜਿਹੜਾ ਪਰਿਵਰਤਨ ਬੜੀ ਤੇਜ਼ੀ ਨਾਲ ਹੋਇਆ। ਪਰਿਵਰਤਨ ਕੀ ਹੋਇਆ? ਸਾਇੰਸ ਟੈਕਨੋਲੋਜੀ ਨੇ ਬਹੁਤ ਤਰੱਕੀ ਕੀਤੀ। ਅੱਗੇ ਪੁਰਾਣੇ ਬਜ਼ੁਰਗਾਂ ਤੋਂ ਕਹਾਵਤਾਂ ਸੁਣੀਆਂ ਨੇ, ਗੱਲਾਂ ਸੁਣਦੇ ਹੁੰਦੇ ਸੀ ਕਿ ਇੱਕ ਜਿਹਾ ਟੀਵੀ ਆਏਗਾ ਜਿਸ 'ਚ ਫੋਟੋ ਨੱਚੇਗੀ। ਇੱਕ ਇਹੋ ਜਿਹਾ ਜੰਤਰ, ਟੀਵੀ ਨਹੀਂ ਜੰਤਰ ਕਹਿੰਦੇ ਹੁੰਦੇ ਸੀ। ਉਹ ਜੰਤਰ ਕੀ ਹੋਇਆ? ਟੀਵੀ ਆਇਆ। ਪਹਿਲਾਂ ਹੁੰਦੇ ਸੀ ਟੀਵੀ ਦੇ ਏਰੀਅਲ ਹੁੰਦਾ ਸੀ, ਛਤਰੀ ਵਾਲੇ ਏਰੀਅਲ ਲੱਗਦੇ ਸੀ ਔਰ ਦੋ ਤਰ੍ਹਾਂ ਦਾ ਸੀ, ਇੱਕ ਜਲੰਧਰ ਦੂਰਦਰਸ਼ਨ, ਇੱਕ ਦਿੱਲੀ ਦੂਰਦਰਸ਼ਨ। ਸਮੇਂ ਨੇ ਕਰਵਟ ਬਦਲੀ, ਸਾਇੰਸ ਨੇ ਤਰੱਕੀ ਕੀਤੀ, ਉਹ ਏਰੀਅਲ ਖਤਮ ਹੋ ਗਏ। ਉਹਦੀ ਥਾਂ 'ਤੇ ਡਿਸ਼ਾਂ ਨੇ ਲੈ ਲਈ। ਡਿਸ਼ਾਂ ਦੇ ਉੱਤੇ ਵੱਖਰੇ ਵੱਖਰੇ ਕਲਚਰ ਨਾਲ ਸੰਬੰਧਿਤ ਪ੍ਰੋਗਰਾਮ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਪ੍ਰਭਾਵਿਤ ਕੀਤਾ। ਮਾਡਰਨ ਬੱਚੇ ਮਾਡਰਨ ਕਹਾਉਣ ਲੱਗ ਪਏ ਆਪਣੇ ਆਪ ਨੂੰ, ਜਿਹੜੇ ਕਿ ਜਦੋਂ ਕਿ ਅਸੀਂ ਆਪਣੇ ਮਾਤਾ ਪਿਤਾ ਨੂੰ ਮੰਮੀ ਜਾਂ ਪਾਪਾ ਕਹਿੰਦੇ ਸੀ ਜਾਂ ਬੇਬੇ ਜਾਂ ਬਾਪੂ ਕਹਿੰਦੇ ਸੀ, ਉਹ ਬੱਚੇ ਮਾਡਰਨ ਯੁੱਗ ਦੇ ਵਿੱਚ ਆ ਕੇ ਆਪਣੇ ਮੰਮੀ ਪਾਪਾ ਜਾਂ ਬੇਬੇ ਬਾਪੂ ਨੂੰ ਮੋਮ ਕਹਿਣ ਲੱਗ ਪਏ ਅਤੇ ਬਾਪੂ ਨੂੰ ਡੈਡ ਕਹਿਣ ਲੱਗ ਪਏ। ਕਲਚਰ ਪਰਿਵਰਤਨ ਹੋ ਗਿਆ, ਚੇਂਜ ਹੋ ਗਈ, ਆਪਣਾਪਨ ਖਤਮ ਹੋ ਗਿਆ। ਪੇਂਡੂ ਕਲਚਰ ਦੇ ਵਿੱਚ ਗੱਲ ਕਰਦੇ ਹਾਂ। ਪੇਂਡੂ ਸੱਭਿਆਚਾਰ ਦੇ ਵਿੱਚ ਕੱਚੇ ਘਰ ਹੁੰਦੇ ਸੀ, ਲਪਾਈ ਕੀਤੀ ਜਾਂਦੀ ਸੀ, ਕਹਿੰਦੇ ਘਰ ਕੱਚੇ ਤੇ ਦਿਲ ਪੱਕੇ। ਪਰ ਹੁਣ ਘਰਾਂ ਦੇ ਅੰਦਰ ਮਾਰਬਲ ਨੇ ਥਾਂ ਲੈ ਲਈ ਹੈ ਅਤੇ ਜਿਹੋ ਜਿਹਾ ਦੇਖਾਂਗੇ ਵੈਸਾ ਜਿਹਾ ਕਰਾਂਗੇ। ਜਦੋਂ ਅਸੀਂ ਪੱਕੇ ਪੱਥਰਾਂ ਨੂੰ ਦੇਖਾਂਗੇ ਤਾਂ ਸਾਡਾ ਦਿਲ ਵੀ ਪੱਥਰ ਵਰਗਾ ਹੁੰਦਾ ਜਾ ਰਿਹਾ। ਸੋ ਪਰਿਵਰਤਨ ਆਉਣ ਦਾ ਕਾਰਨ ਪਿਛਲੇ ਕਿਸੇ ਤੋਂ ਸਾਇੰਸ ਟੈਕਨੋਲੋਜੀ ਤਰੱਕੀ, ਜਿਸ ਕਾਰਨ ਸਾਡੇ ਸੱਭਿਆਚਾਰ ਵਿੱਚ ਪਰਿਵਰਤਨ ਆਈ, ਸਾਡੀ ਬੋਲਬਾਣੀ ਬਦਲ ਗਈ। ਅਸੀਂ ਪੰਜਾਬੀ ਮਾਤ ਭਾਸ਼ਾ ਨੂੰ ਬੋਲਣ ਦੇ ਵਿੱਚ ਹਿਚਕਚਾਹਟ ਮਹਿਸੂਸ ਕਰਨ ਲੱਗ ਪਏ। ਅਸੀਂ ਅੰਗਰੇਜ਼ੀ ਭਾਸ਼ਾ ਦੇ ਮਗਰ ਲੱਗ ਕੇ
अंग्रेजी भाषा ਨੂੰ ਪ੍ਰਫੁੱਲਿਤ ਕਰਨ ਲੱਗ ਪਏ, ਜਿਸ ਕਾਰਨ ਸਾਡੇ ਸੱਭਿਆਚਾਰ ਨੂੰ ਬਹੁਤ ਵੱਡੀ ਠੇਸ ਪਹੁੰਚੀ। ਸਾਡਾ ਸੱਭਿਆਚਾਰ ਬਦਲ ਗਿਆ। ਅਸੀਂ ਖੁੱਲ੍ਹੇ ਚਾਦਰਿਆਂ ਤੋਂ ਪੈਂਟਾਂ ਵੱਲ ਆ ਗਏ, ਖੁੱਲ੍ਹੇ ਕੁੜਤਿਆਂ ਤੋਂ ਸ਼ਰਟਾਂ ਵੱਲ ਆ ਗਏ। ਇਸ ਪ੍ਰਕਾਰ ਜਿਹੜਾ ਸਾਡਾ ਖਾਣ ਪੀਣ ਵੀ ਬਦਲ ਗਿਆ। ਖਾਣ ਪੀਣ ਕੀ ਸੀ? ਜਿਹੜੀ ਅਸੀਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਅਤੇ ਸਮੇਂ ਅਨੁਸਾਰ ਜਿਹੜਾ ਜਿਸ ਤਰ੍ਹਾਂ ਦਾ ਮੌਸਮ ਸੀ ਉਸ ਤਰ੍ਹਾਂ ਦੀ ਅਸੀਂ ਸਬਜ਼ੀ ਖਾਂਦੇ ਸੀ। ਗਰਮੀਆਂ 'ਚ ਘਈਆ ਕੱਦੂ ਖਾਂਦੇ ਸੀ, ਪਰ ਅਸੀਂ ਸਮੇਂ ਦੇ ਸੰਦਰਭ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਸ਼ੋਸ਼ੇਬਾਜ਼ੀ ਵਿੱਚ ਪੈ ਗਏ। ਅਸੀਂ ਮੌਸਮ ਦੇ ਉਲਟ ਸਬਜ਼ੀਆਂ ਭਾਜੀਆਂ ਖਰੀਦਣੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ, ਸਿਰਫ ਇੱਕ ਲੋਕਾਂ ਨੂੰ ਲੋਭ ਦਿਖਾਵਾ ਦਿਖਾਉਣ ਖਾਤਰ ਕਿ ਮੈਂ ਇੰਨੀ ਮਹਿੰਗੀ ਸਬਜ਼ੀ ਖਾਣਾ। ਇਸ ਨੇ ਕੀ ਕੀਤਾ? ਸਾਡੇ ਸੱਭਿਆਚਾਰ ਨੂੰ ਉਖੇੜ ਕੇ ਰੱਖ ਦਿੱਤਾ। ਸੋ ਪੰਜਾਬੀ ਸੱਭਿਆਚਾਰ ਦੇ ਵਿੱਚ ਪਰਿਵਰਤਨ ਦੇ ਵਿੱਚ ਸਾਡੇ ਸੁਭਾਅ ਬਦਲ ਗਏ, ਸਾਡਾ ਖਾਣ ਪੀਣ ਬਦਲ ਗਿਆ, ਸਾਡਾ ਰਹਿਣ ਸਹਿਣ ਬਦਲ ਗਿਆ ਅਤੇ ਸਾਡੇ ਪਰਿਵਾਰਿਕ ਜਿਹੜੀ ਜੀ ਸਾਂਝ ਸੀ ਉਹਦੇ ਅੰਦਰ ਖੜੋਤ ਆ ਗਈ। ਜਿਹੜੇ ਕਿ ਪਹਿਲਾਂ ਇੱਕ ਘਰ ਦੇ ਵਿੱਚ ਦਾਦਾ ਜੀ ਹੁੰਦੇ ਸੀ, ਉਹ ਜੀ ਘਟ ਕੇ ਦੋ ਬਣ ਗਏ। ਮੁਹਾਵਰਾ ਆਇਆ, ਦੋ ਹੀ ਕਾਫੀ, ਹੋਰ ਤੋਂ ਹੀ ਮਾਫੀ। ਹੁਣ ਉਸ ਤੋਂ ਬਾਅਦ ਦੋ ਤੋਂ ਵੀ ਘਟ ਕੇ ਘਰ ਦੇ ਵਿੱਚ ਇੱਕ ਮੈਂਬਰ ਰਹਿ ਗਿਆ, ਇੱਕ ਬੱਚਾ ਹੈਗਾ, ਤਾਂ ਉਸ ਤੋਂ ਬਾਅਦ ਦੂਜੇ ਬੱਚੇ ਬਾਰੇ ਨਹੀਂ ਸੋਚਿਆ ਜਾਂਦਾ। ਪੁਰਾਣੇ ਸਮੇਂ ਦੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੀ ਔਰਤ ਸੀ ਉਹ ਆਪਣੇ ਮਾਹੀ ਨੂੰ ਆਪਣੇ ਪਿਤਾ ਨੂੰ ਕਦੇ ਆਪਣੇ ਵਰ ਦੀ ਗੱਲ ਨਹੀਂ ਸੀ ਕਰਦੀ। ਹਮੇਸ਼ਾ ਗੱਲ ਕਰਦੀ ਸੀ ਕਿ ਬਾਪੂ ਮੈਨੂੰ ਘਰ ਅਜਿਹੇ ਵਿਆਹੀ ਜਿੱਥੇ ਬਾਹਰਲੇ ਪੁੱਤ ਇੱਕ ਵਿਆਹਾਂ ਇੱਕ ਲਾਵਾਂ। ਭਾਵ ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਇੱਕ ਐਡਾ ਵੱਡਾ ਪਰਿਵਾਰ ਲੱਭੀ ਜਿੱਥੇ ਮੈਂ ਨਿੱਤ ਫੰਕਸ਼ਨ ਦੇਖਾਂ, ਨਿੱਤ ਵਿਆਹ ਦੇਖਾਂ, ਨਿੱਤ ਮੈਨੂੰ ਪਾਉਣ ਦਾ ਮੌਕਾ ਮਿਲੇ। ਔਰ ਸੱਭਿਆਚਾਰ ਪਰਿਵਰਤਨ 'ਚ ਕੀ ਹੋਇਆ? ਅੱਜ ਦੀ ਜਿਹੜੀ ਔਰਤ ਹੈਗੀ ਉਹ ਆਪਣੇ ਮਾਹੀ ਨੂੰ ਸਿਰਫ ਇੱਕ ਗੱਲ ਕਹਿੰਦੀ, ਆਪਣੇ ਪਿਤਾ ਨੂੰ ਇੱਕ ਗੱਲ ਕਹਿੰਦੀ ਹੈ, ਮੈਨੂੰ ਉਸ ਘਰ ਵਿਆਹੀ ਜਿਸ ਘਰ ਇਕੱਲਾ ਮੁੰਡਾ ਹੋਵੇ। ਮੈਂ ਸੋਚ ਬਦਲ ਗਈ, ਪਰਿਵਰਤਨ ਬਦਲ ਗਿਆ ਕਿ ਮੈਨੂੰ ਬਾਲਿਆਂ ਦਾ ਕੰਮ ਨਾ ਕਰਨਾ ਪਵੇ। ਇਸੇ ਪ੍ਰਕਾਰ ਇਹ ਕਲਚਰ ਹੈ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ, ਜਿਸ ਦੇ ਵਿੱਚ ਮੈਂ ਉਹਨਾਂ ਗੱਲ ਕੀਤੀ ਹੈ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਇਹ ਇੱਕ ਸਮਾਜਿਕ ਹੈ, ਸਮਾਜ ਹੈ, ਇੱਕ ਭਾਈਚਾਰਾ ਹੈ, ਇੱਕ ਆਚਰਨ ਹੈ, ਇੱਕ ਚਰਿੱਤਰ ਹੈ, ਇੱਕ ਰਸਮੋ ਰਿਵਾਜ ਹੈ। ਇਹ ਜਦੋਂ ਅਸੀਂ ਸਾਰਿਆਂ ਨੂੰ ਇਕੱਠਾ ਕਰ ਦਿੰਦੇ ਹਾਂ ਤਾਂ ਸਾਡਾ ਪੰਜਾਬੀ ਸੱਭਿਆਚਾਰ ਬਣ ਜਾਂਦਾ ਹੈਗਾ। ਅਤੇ ਸਮੇਂ ਦੇ ਸੰਦਰਭ 'ਚ ਰੱਖ ਕੇ ਇਹਦੇ ਵਿੱਚ ਚੇਂਜ ਆਉਂਦੀ ਹੈ, ਸਮੇਂ ਨਾਲ ਇਹ ਬਦਲਦਾ ਜਾਂਦਾ ਹੈ। ਜਿਵੇਂ ਕਿ ਪਹਿਲਾਂ ਸੱਤੂ ਪੀਂਦੇ ਸੀਗੇ ਅਤੇ ਹੁਣ ਉਹ ਸੱਤੂ ਦੀ ਥਾਂ 'ਤੇ ਕੋਲਡ ਡਰਿੰਕ ਨੇ ਲੈ ਲਈ, ਅਤੇ ਮੱਕੀ ਦੀ ਰੋਟੀ ਖਾਂਦੇ ਸੀ ਉਹਦੀ ਥਾਂ 'ਤੇ ਬਰਗਰਾਂ ਨੇ ਲੈ ਲਈ, ਪੀਜ਼ਿਆਂ ਨੇ ਲੈ ਲਈ। ਜਿਸ ਪ੍ਰਕਾਰ ਜਿਹੜਾ ਸਾਡਾ ਖਾਣ ਪੀਣ ਵੀ ਬਦਲ ਗਿਆ, ਖਾਣ ਪੀਣ ਨਾਲ ਜਿਹੜਾ ਸਾਡਾ ਰਹਿਣ ਸਹਿਣ ਹੈ ਉਹ ਵੀ ਬਦਲ ਗਿਆ। ਸੋ ਇਸ ਲੈਕਚਰ ਦੇ ਵਿੱਚ ਆਪਾਂ ਅੰਡਾ ਹੀ ਕਰਨਾ ਪੰਜਾਬੀ ਸੱਭਿਆਚਾਰ ਕੀ ਹੈ ਅਤੇ ਇਸ ਦੀ ਡੈਫੀਨੇਸ਼ਨ ਕੀ ਹੈ ਅਤੇ ਇਹਦੇ ਪਰਿਵਰਤਨ ਹੋਣ ਦੇ ਕੀ ਕਾਰਨ।